ਸਾਡਾ ਪਹਿਲਾ ਰਿਐਕਸ਼ਨ ਇਹ ਹੁੰਦਾ ਕੁੜੀ ਨੇ ਹੀ ਕੁਝ ਗਲਤ ਕੀਤਾ ਹੋਣਾ, ਮੁੰਡੇ ਨੇ ਹੀ ਕੁਝ ਗਲਤ ਕੀਤਾ ਹੋਣਾ। ਅਸੀਂ ਰੇਪਿਸਟ ਨੂੰ ਹਮੇਸ਼ਾ ਬਾਅਦ ਚ ਬਲੇਮ ਕਰਦੇ ਹਾਂ ਕਿ ਸੈਕਸ਼ੂਅਲ ਆਫੈਂਸਿਸ ਨਾ ਸਿਰਫ ਲੜਕੀਆਂ ਨਾਲ, ਉਹ ਬॉयਜ਼ ਨਾਲ ਵੀ, ਮੁੰਡਿਆਂ ਨਾਲ ਵੀ ਹੁੰਦੇ ਆ। ਸੜਕ ਤੇ ਕੁੜੀ ਖੜੀ ਹੈ, ਤੁਸੀਂ ਉਹਨੂੰ ਛੇੜ ਰਹੇ ਹੋ, ਕਮੈਂਟ ਦੇ ਰਹੇ ਹੋ, ਉਹਦੇ ਤੇ ਵੀ ਪੌਕਸੋ ਐਕਟ ਲਾਗੂ ਹੁੰਦਾ, ਖਾਸ ਕਰ ਜੇ ਕੁੜੀ 18 ਤੋਂ ਘੱਟ ਹੈ। ਕਿਉਂਕਿ ਮੇਰਾ ਇਹ ਕਹਿਣਾ ਹੈ ਕਿ ਜੇ 20-22 ਸਾਲ ਦਾ ਮੁੰਡਾ ਜੇ ਰੇਪ ਕਰਦਾ, ਉਹਨੂੰ ਤੁਸੀਂ 10 ਸਾਲ ਹੀ ਜੇਲ੍ਹ ਕਰਤੀ, 10 ਸਾਲ ਬਾਅਦ ਉਹ 32-33 ਸਾਲ ਦਾ ਹੋ ਕੇ ਬਾਹਰ ਆ ਜਾਏਗਾ, ਤੁਹਾਨੂੰ ਲੱਗਦਾ ਉਹ ਸੁਧਰ ਜਾਏਗਾ? ਹਾਰਡਲੀ 1% ਚਾਂਸ ਹੈ ਕਿ ਉਹ ਇੰਪਰੂਵ ਹੋ ਜਾਏ। ਕੁਝ ਹੁੰਦੇ ਆ ਜੋ ਅੰਦਰ ਪੜ੍ਹਾਈਆਂ ਕਰ ਲੈਂਦੇ ਆ, MSc PhD ਕਰ ਲੈਂਦੇ ਆ, ਬਟ 99% ਉਹ ਇੱਕ ਰੜਿਆ ਹੋਇਆ ਕ੍ਰਿਮੀਨਲ ਬਣ ਕੇ ਬਾਹਰ ਆਏਗਾ। ਫਿਰ ਕਈ ਵਾਰ ਐਸੇ ਕੇਸਿਸ ਆਏ ਆ 12, 14, 15 ਸਾਲ ਦੀ ਕੁੜੀਆਂ ਪ੍ਰੈਗਨੈਂਟ ਹੋ ਗਈਆਂ, 5th 6th ਮੰਥ 'ਚ ਮਾਂ ਪਿਓ ਨੂੰ ਪਤਾ ਚੱਲ ਰਿਹਾ ਹੈ। ਬਹੁਤ ਜ਼ਿਆਦਾ ਕੰਪਲਿਕੇਟਡ ਸਿਚੁਏਸ਼ਨਸ ਰਹੀਆਂ। ਉਹਨਾਂ ਬੱਚਿਆਂ ਦੀ ਸੋਚ ਕੇ ਦੇਖੋ ਕਿ ਜਿਨ੍ਹਾਂ ਦੇ ਨਾਲ ਇੰਨਾ ਕੁਝ ਹੋ ਰਿਹਾ ਔਰ ਉਹਨਾਂ ਦੇ ਪੇਰੈਂਟਸ ਨੂੰ ਪਤਾ ਹੀ ਨਹੀਂ ਹੈ। 11-12 ਸਾਲ ਦੀ ਕੁੜੀ ਦਾ ਰੇਪ ਹੋ ਗਿਆ, ਉਹਦੇ 'ਚ ਇੰਨੀ ਹਿੰਮਤ ਨਹੀਂ ਹੈ ਕਿ ਵੀ ਨਾਲ ਵਾਲੇ ਭਈਆ ਜਾਂ ਅੰਕਲ ਨੇ ਮੇਰਾ ਬਲਾਤਕਾਰ ਕਰਤਾ ਕਿ ਉਹ ਆ ਕੇ ਆਪਣੇ ਮਾਪਿਓ ਨੂੰ ਦੱਸ ਦੇ, ਤਾਂ ਕਿ ਉਹ ਬੱਚਾ ਉਸ ਦੇਖੋ ਫਿਜ਼ੀਕਲ ਪੇਨ ਤਾਂ ਹੈ ਹੀ ਨਾ ਬੱਚੇ ਨੂੰ। ਜੇ ਉਹਦੇ ਨਾਲ ਬਲਾਤਕਾਰ ਹੋਇਆ, ਰੇਪ ਹੋਇਆ, ਕਈ ਵਾਰ ਗੈਂਗ ਰੇਪ ਵੀ ਹੋਇਆ ਹੁੰਦਾ ਛੋਟੇ ਬੱਚਿਆਂ ਨਾਲ, ਤਾਂ ਜੋ ਸੋਚ ਕੇ ਵੀ ਡਰ ਲੱਗਦਾ। ਤੇ ਇੱਕ ਰਿਐਕਸ਼ਨ ਇਹ ਹੈ ਕਿ ਤੁਸੀਂ ਬੈਠ ਕੇ ਰੋ ਲਓ ਜੀ ਅਸੀਂ ਅਪੰਗ ਹੋ ਗਏ। ਦੂਜਾ ਰਿਐਕਸ਼ਨ ਇਹ ਹੈ ਕਿ ਓਕੇ ਇਹ ਹੋ ਗਿਆ, ਹੁਣ ਮੈਂ ਇੱਕ ਪੈਰ ਨਾਲ ਕਿੱਦਾਂ ਚੱਲਣਾ ਸਿੱਖਣਾ। ਸਿੰਗਲ ਮਦਰ ਸੀ ਉਹਦੀ, ਉਹ ਦੋਨੋਂ ਟ੍ਰੇਨ 'ਚ ਜਾ ਰਹੇ ਸੀਗੇ, ਅਤੇ ਜਦੋਂ ਉੱਪਰ ਦੀ ਬਰਥ 'ਤੇ ਇੱਕ ਅੰਕਲ ਜੀ ਸੁੱਤੇ ਹੋਏ ਸੀ ਜਿੱਦਾਂ 50 ਸਾਲ ਦੇ, ਉਸ ਲੇਡੀ ਨੂੰ ਕਹਿੰਦੇ ਭੈਣ ਜੀ ਇਹ ਬੇਟੇ ਨੂੰ ਮੇਰੇ ਕੋਲ ਸੁਲਾ ਦਿਓ। ਐਵਰੇਜ ਮਦਰ ਕਹੇਗੀ ਕਿ ਚੱਲ ਇਹ ਵੀ ਮੇਲ ਰਾਈਟ। ਤੁਸੀਂ ਮੰਨੋਗੇ ਉਸ ਬਜ਼ੁਰਗ ਨੇ, ਸੋ ਕਾਲਡ ਨੇ, ਪੂਰੀ ਰਾਤ ਉਸ ਮੁੰਡੇ ਦਾ ਮੂੰਹ ਦਬਾ ਕੇ ਉਹਨੂੰ ਸੈਕਸ਼ੂਅਲੀ ਅਸੌਲਟ ਕੀਤਾ। 8 ਸਾਲ ਦਾ ਸੀ ਉਹ ਉਸ ਟਾਈਮ। ਮੈਂ ਇਹ ਸਵਾਲ ਚੁੱਕਿਆ ਸੀਗਾ ਔਰ ਮੈਂ ਇਸ 'ਤੇ ਕੰਮ ਵੀ ਕਰਨਾ ਚਾਹੁੰਦੀ ਹਾਂ ਕਿ ਕੋਈ ਸੈਕਸ ਵਰਕਰ ਕਿਉਂ ਬਣਦਾ ਹੈ? 90% ਆਫ ਦੀ ਟਾਈਮ ਫਾਈਨੈਂਸ਼ੀਅਲ ਡਿਫੀਕਲਟੀ ਦੇ ਕਾਰਨ। ਤੁਸੀਂ ਉਹਨੂੰ ਸਜ਼ਾ ਦੇ ਦੋਗੇ, ਉਹ ਜ਼ਮਾਨਤ ਹੋ ਜਾਏਗੀ, ਜੇਲ੍ਹ ਹੋ ਜਾਏਗੀ, ਬਾਹਰ ਆ ਕੇ ਉਹਦੇ ਕੋਲ ਫਿਰ ਕਮਾਈ ਦਾ ਕੋਈ ਸਾਧਨ ਨਹੀਂ ਹੈ, ਉਹਨੇ ਫਿਰ ਉਸੇ ਰਾਹ ਚੱਲਣਾ। ਸਾਨੂੰ ਲੌਂਗ ਟਰਮ ਫੈਮਿਲੀਜ਼ ਦੇ ਨਾਲ ਕਮਿਊਨੀਕੇਸ਼ਨ ਕਰਨਾ ਪੈਂਦਾ ਹੈ ਤਾਂ ਕਿ ਉਹ ਉਸ ਵਾਪਿਸ ਉਸ 'ਚ ਜਦੋਂ ਕਹਿੰਦੇ ਨਾ ਸੁਰੰਗ 'ਚ ਨਾ ਵੜ ਜਾਣ, ਉਸ ਹਨੇਰੇ 'ਚ ਨਾ ਵੜ ਜਾਣ ਕਿ ਵੀ ਹੁਣ ਕੁਝ ਨਹੀਂ ਹੋ ਸਕਦਾ, ਸਾਡੇ ਬੱਚੇ ਦੀ ਜ਼ਿੰਦਗੀ ਬਰਬਾਦ ਹੈ, ਸਾਡੀ ਸਮਾਜ ਵਿੱਚ ਬਦਨਾਮੀ ਹੋ ਗਈ ਹੈ, ਹੁਣ ਅਸੀਂ ਕੀ ਕਰੀਏ। आजकल का जो माहौल बना हुआ है, बच्चों के जो रेप हो रहे हैं, उसको लेकर काफ़ी जो है माँ बाप परेशान रहते हैं, लड़कियों को बाहर निकलने से डरते हैं। कई बार जिन बच्चों का रेप होता है वो डिप्रेशन में चले जाते हैं, वो सोचते हैं कि अब आगे की जो ज़िंदगी है वो हमारी ख़त्म हो चुकी है। माँ बाप भी सोचते हैं कि अब हमारी लड़की करेगी क्या। तो ये एक माँ बाप की तरफ की सोच होती है, वो बच्चा सोचता है, लेकिन जो पुलिस वाले होते हैं वो किस तरीके से उस बच्चे को, उसके परिवार को हैंडल करते हैं, वो आज हम आपको बताएंगे। हमारे साथ पुलिस काउंसलर मौजूद हैं, हम इनसे बात करेंगे क्योंकि इन्होंने अपने सामने बहुत से केस देखे हैं। हम इनसे जानेंगे कि इनके सामने कैसे कैसे केस आए, उन्होंने उन्हें कैसे फेस किया। मैम, सबसे पहले मैं आपसे यही पूछना चाहूँगी कि आपने किस तरह के जो केस हैं वो हैंडल किए हैं। ਸਭ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹੂੰਗੀ ਕਿ ਜੋ ਤੁਸੀਂ ਇੱਕ ਗੱਲ ਕਹੀ ਕਿ ਲੜਕੀਆਂ ਦੇ ਨਾਲ ਇਹ ਹੁੰਦਾ ਹੈ, ਤਾਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੂੰਗੀ ਕਿ ਸੈਕਸ਼ੂਅਲ ਆਫੈਂਸਿਸ ਨਾ ਸਿਰਫ ਲੜਕੀਆਂ ਨਾਲ, ਉਹ ਬॉयਜ਼ ਨਾਲ ਵੀ, ਮੁੰਡਿਆਂ ਨਾਲ ਵੀ ਹੁੰਦੇ ਆ। ਖਾਸ ਕਰ ਜਿਹੜੇ 18 ਸਾਲ ਤੋਂ ਘੱਟ ਏਜ ਗਰੁੱਪ ਦੇ ਬੱਚੇ ਹੈ, ਉਹਨਾਂ ਦੇ ਲਈ ਇੱਕ ਪੁਲਿਸ ਦੇ ਮਤਲਬ ਸਾਡੀ ਜੁਡੀਸ਼ਰੀ ਦੇ ਦੁਆਰਾ ਇੱਕ ਸਪੈਸੀਫਿਕ ਕੈਟੇਗਰੀ ਬਣਾਈ ਗਈ ਹੈ ਜਿਹਦਾ ਨਾਮ ਹੈ ਪੌਕਸੋ, POCSO, ਪ੍ਰੋਟੈਕਸ਼ਨ ਆਫ ਚਿਲਡਰਨ ਫਰੋਮ ਸੈਕਸ਼ੂਅਲ ਆਫੈਂਸਿਸ। ਹੁਣ ਜੋ ਵੀ ਬੱਚਾ, ਮੁੰਡਾ ਜਾਂ ਕੁੜੀ 18 ਸਾਲ ਤੋਂ ਛੋਟਾ ਹੈ ਔਰ ਉਹਦੇ ਨਾਲ ਕਿਸੇ ਤਰ੍ਹਾਂ ਦਾ ਵੀ ਕੋਈ ਫਿਜ਼ੀਕਲ ਅਸੌਲਟ ਹੁੰਦਾ ਹੈ, ਉਹ ਪੌਕਸੋ ਦੇ ਅੰਡਰ ਆਉਂਦਾ ਹੈ। ਔਰ ਜੇ ਤੁਸੀਂ ਜੋ ਸਵਾਲ ਪੁੱਛਿਆ ਕਿ ਮੈਂ ਕਿੱਦਾਂ ਡੀਲ ਕਰਦੀ ਹਾਂ, ਉਹਦੇ 'ਚ ਇੱਕ ਬਹੁਤ ਮੇਜਰ ਜੋ ਟੌਪਿਕ ਹੈ ਉਹ ਇਹ ਹੈਗਾ ਕਿ ਜੋ ਵਿਕਟਿਮ, ਮੈਂ ਉਹਨਾਂ ਨੂੰ ਵਿਕਟਿਮ ਨਹੀਂ ਕਹਿੰਦੀ, ਮੈਂ ਉਹਨਾਂ ਨੂੰ ਸਰਵਾਈਵਰ ਕਹਿੰਦੀ ਹਾਂ। ਜੋ ਸਰਵਾਈਵਰਸ ਹੈਗੇ ਉਹਨਾਂ ਦੀ ਏਜ ਕੀ ਹੈ ਔਰ ਉਹਨਾਂ ਦੀ ਬੈਕਗਰਾਊਂਡ ਕੀ ਹੈ ਔਰ ਉਹਨਾਂ ਦੀ ਸਮਝਣ ਦੀ ਕੈਪੈਸਿਟੀ। ਹੁਣ ਜਿੱਦਾਂ ਇੱਕ 3-4 ਸਾਲ ਦਾ ਬੱਚਾ ਹੈ ਔਰ ਇੱਕ 16-17 ਸਾਲ ਦਾ ਬੱਚਾ ਹੈ, ਤੁਹਾਡਾ ਉਹਦੇ ਨਾਲ ਕਮਿਊਨੀਕੇਸ਼ਨ ਦਾ ਤਰੀਕਾ ਡਿਫਰੈਂਟ ਹੋਏਗਾ। ਹੁਣ ਜੋ ਛੋਟਾ ਬੱਚਾ ਹੈ ਉਹਦੀ ਫੈਮਿਲੀ ਦੇ ਨਾਲ ਅਸੀਂ ਡਿਸਕਸ਼ਨ ਕਰਾਂਗੇ ਕਿ ਉਹ ਆਪਣੇ ਬੱਚੇ ਨਾਲ ਕਿੱਦਾਂ ਬਿਹੇਵ ਕਰਨ ਤਾਂ ਕਿ ਉਹ ਬੱਚਾ ਉਸ ਦੇਖੋ ਫਿਜ਼ੀਕਲ ਪੇਨ ਤਾਂ ਹੈ ਹੀ ਨਾ ਬੱਚੇ ਨੂੰ। ਜੇ ਉਹਦੇ ਨਾਲ ਬਲਾਤਕਾਰ ਹੋਇਆ, ਰੇਪ ਹੋਇਆ, ਕਈ ਵਾਰ ਗੈਂਗ ਰੇਪ ਵੀ ਹੋਇਆ ਹੁੰਦਾ ਛੋਟੇ ਬੱਚਿਆਂ ਨਾਲ, ਤਾਂ ਜੋ ਸੋਚ ਕੇ ਵੀ ਡਰ ਲੱਗਦਾ ਉਹ ਬੱਚਾ ਉਸ ਫਿਜ਼ੀਕਲ ਇੰਜਰੀ ਤੋਂ, ਉਸ ਟਰੋਮਾ ਤੋਂ ਬਾਹਰ ਕਿੱਦਾਂ ਆਏ, ਉਹਦੇ 'ਚ ਉਹਦਾ ਪਰਿਵਾਰ ਹੀ ਹੈਲਪ ਕਰੇਗਾ। ਅਤੇ ਉਹਦੇ 'ਚ ਸਾਨੂੰ ਕਈ ਵਾਰ ਡਿਫਰੈਂਟ ਤਰੀਕੇ ਦੇ ਨਾਲ ਔਰ ਫੇਜ਼ਿਸ 'ਚ
ਕਈ ਵਾਰ 10 ਵਾਰ 12 ਵਾਰ ਜਿੰਨੀ ਵੀ ਰਿਕੁਆਇਰਮੈਂਟ ਹੈ ਸਾਨੂੰ ਉਹਦੀ ਫੈਮਿਲੀ ਨੂੰ ਰੈਗੂਲਰਲੀ ਮਿਲਣਾ ਹੁੰਦਾ ਹੈ, ਉਹਨਾਂ ਨੂੰ ਸਮਝਾਉਣਾ ਹੁੰਦਾ ਹੈ ਕਿ ਆਪਣੇ ਬੱਚੇ ਨਾਲ ਕਿੱਦਾਂ ਡੀਲ ਕਰਨ, ਕਿੱਦਾਂ ਗੱਲਬਾਤ ਕਰਨ, ਤਾਂ ਕਿ ਉਹ ਬੱਚਾ ਦੁਬਾਰਾ ਆਪਣੇ ਉਸ ਮੈਂਟਲੀ ਹੈਪੀ ਫਾਰਮੈਟ 'ਚ ਆ ਜਾਏ। ਔਰ ਜੇ ਅਨਫੋਰਚੂਨੇਟਲੀ ਉਹਨੂੰ ਕੋਈ ਮੈਂਟਲ ਆਈ ਐਮ ਸੌਰੀ, ਜੇ ਉਹਨੂੰ ਕੋਈ ਮੈਡੀਕਲ ਟਰੀਟਮੈਂਟ ਵੀ ਕਰਾਉਣਾ ਪੈਂਦਾ ਹੈ ਤੇ ਉਹ ਬੜੀ, ਜਿੱਦਾਂ ਕਹਿੰਦੇ ਆ ਨਾ ਵੀ ਮਾਂ-ਬਾਪ ਉਹਨੂੰ, ਛੋਟੇ ਬੱਚੇ ਨੂੰ ਚੋਟ ਲੱਗ ਜਾਏ ਤਾਂ ਗੋਦੀ 'ਚ ਲੈ ਕੇ ਰੱਖਦੇ ਆ, ਉੱਦਾਂ ਹੀ ਉਸ ਬੱਚੇ ਨੂੰ ਤੁਸੀਂ ਕਿੱਦਾਂ ਸੰਭਾਲੋਗੇ ਤਾਂ ਕਿ ਉਹ ਬੱਚਾ ਕੰਫਰਟੇਬਲ ਫੀਲ ਕਰੇ ਔਰ ਉਸ ਪੇਨ 'ਚੋਂ ਬਾਹਰ ਨਿਕਲ ਆਏ। ਮਗਰ ਜੇ ਉਹ ਬੱਚਾ ਗਰੋਨ ਅਪ ਹੈ, 12 14 15 16 ਸਾਲ ਦਾ ਹੈ, ਤੇ ਉਹ ਬੱਚਾ ਸਮਝ ਰਿਹਾ ਮੇਰੇ ਨਾਲ ਕੀ ਹੋਇਆ, ਤੇ ਉਹ ਨਾ ਸਿਰਫ ਫਿਜ਼ੀਕਲੀ ਡੈਮੇਜ ਹੋ ਜਾਂਦਾ ਹੈ, ਪੇਨਫੁਲ ਹੈ ਉਹ ਜੋ, ਲੇਕਿਨ ਉਹ ਮੈਂਟਲੀ ਵੀ ਟਰੋਮਾਟਾਈਜ਼ ਹੁੰਦਾ ਉਹ ਬੱਚਾ। ਇਸ ਕੇਸ ਵਿੱਚ ਸਾਨੂੰ ਬੱਚਾ ਔਰ ਫੈਮਿਲੀ ਦੋਨਾਂ ਦੀ ਰਿਪੀਟਡ ਕਾਉਂਸਲਿੰਗ ਕਰਨੀ ਪੈਂਦੀ ਹੈ। ਸਭ ਤੋਂ ਪਹਿਲਾਂ ਜੋ ਬਲੇਮ ਗੇਮ ਹੁੰਦਾ ਹੈ, ਜਿਹਨੂੰ ਕਹਿੰਦੇ ਨਾ ਸ਼ੇਮਿੰਗ, ਜੋ ਅੱਜ ਕੱਲ੍ਹ ਤੁਸੀਂ ਸੋਸ਼ਲ ਮੀਡੀਆ 'ਤੇ ਦੇਖਿਆ ਹੋਏਗਾ, ਅਸੀਂ ਸੋ ਕਾਲਡ ਤਰੱਕੀ ਕਰ ਗਏ ਹਾਂ ਲੇਕਿਨ ਐਕਚੁਅਲੀ ਅਸੀਂ ਕੀਤੀ ਨਹੀਂ ਹੈ। ਸਾਡਾ ਪਹਿਲਾ ਰਿਐਕਸ਼ਨ ਇਹ ਹੁੰਦਾ ਕੁੜੀ ਨੇ ਹੀ ਕੁਝ ਗਲਤ ਕੀਤਾ ਹੋਣਾ, ਮੁੰਡੇ ਨੇ ਹੀ ਕੁਝ ਗਲਤ ਕੀਤਾ ਹੋਣਾ। ਅਸੀਂ ਰੇਪਿਸਟ ਨੂੰ ਹਮੇਸ਼ਾ ਬਾਅਦ 'ਚ ਬਲੇਮ ਕਰਦੇ ਹਾਂ। ਇਸ ਚੀਜ਼ 'ਚੋਂ ਨਿਕਲਣ ਦੇ ਲਈ ਮੇਰੀ ਕੋਸ਼ਿਸ਼ ਹੈ, ਹੁਣ ਜਿੱਦਾਂ ਥੈਂਕਫੁਲੀ ਹੌਲੀ ਹੌਲੀ ਹੁਣ ਕੋਵਿਡ ਨੋਰਮਸ ਚੇਂਜ ਹੋ ਰਹੇ ਹੈ, ਅਤੇ ਹਾਲੇ ਤੱਕ ਅਸੀਂ ਵੈਬੀਨਾਰਸ ਦੇ ਥਰੂ ਕਰ ਰਹੇ ਸੀ, ਪਰ ਹੁਣ ਅਸੀਂ ਪਬਲਿਕ ਗੈਦਰਿੰਗਸ 'ਚ ਕਰਕੇ ਲੋਕਾਂ ਨੂੰ ਸਮਝਾ ਰਹੇ ਹਾਂ ਕਿ ਟਰਾਈ ਟੂ ਅੰਡਰਸਟੈਂਡ ਉਹ ਪੇਨ, ਉਹ ਦਰਦ ਜੋ ਸਰਵਾਈਵਰ ਨਾਲ ਹੋਈ ਹੈ, ਉਹਦੇ 'ਤੇ ਕੀ ਗੁਜ਼ਰੀ ਹੈ। ਉਹਦੇ ਲਈ ਸਾਨੂੰ, ਮੈਂ ਵੋਲੰਟੀਅਰ ਟ੍ਰੇਨ ਵੀ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ। ਸਾਨੂੰ ਲੌਂਗ ਟਰਮ ਫੈਮਿਲੀਜ਼ ਦੇ ਨਾਲ ਕਮਿਊਨੀਕੇਸ਼ਨ ਕਰਨਾ ਪੈਂਦਾ ਹੈ ਤਾਂ ਕਿ ਉਹ ਉਸ ਵਾਪਿਸ ਉਸ 'ਚ, ਜਦੋਂ ਕਹਿੰਦੇ ਨਾ ਸੁਰੰਗ 'ਚ ਨਾ ਵੜ ਜਾਣ, ਉਸ ਹਨੇਰੇ 'ਚ ਨਾ ਵੜ ਜਾਣ ਕਿ ਵੀ ਹੁਣ ਕੁਝ ਨਹੀਂ ਹੋ ਸਕਦਾ, ਸਾਡੇ ਬੱਚੇ ਦੀ ਜ਼ਿੰਦਗੀ ਬਰਬਾਦ ਹੈ, ਸਾਡੀ ਸਮਾਜ ਵਿੱਚ ਬਦਨਾਮੀ ਹੋ ਗਈ ਹੈ, ਹੁਣ ਅਸੀਂ ਕੀ ਕਰੀਏ। ਸਭ ਤੋਂ ਪਹਿਲਾਂ ਤਾਂ ਐਕਸੈਪਟੈਂਸ, ਓਕੇ ਇਟ ਹੈਜ਼ ਹੈਪਨਡ। ਜੇ ਜੋ ਮੈਂ ਹਮੇਸ਼ਾ ਐਗਜ਼ਾਮਪਲ ਦਿੰਦੀ ਹਾਂ ਕਿ ਇੱਕ ਐਕਸੀਡੈਂਟ 'ਚ ਜੇ ਤੁਹਾਡੀ ਹੱਥ ਜਾਂ ਬਾਂਹ ਕੱਟੀ ਜਾਂਦੀ ਹੈ ਅਤੇ ਇੱਕ ਰਿਐਕਸ਼ਨ ਇਹ ਹੈ ਕਿ ਤੁਸੀਂ ਬੈਠ ਕੇ ਰੋ ਲਓ ਜੀ ਅਸੀਂ ਅਪੰਗ ਹੋ ਗਏ। ਦੂਜਾ ਰਿਐਕਸ਼ਨ ਇਹ ਹੈ ਕਿ ਓਕੇ ਇਹ ਹੋ ਗਿਆ, ਹੁਣ ਮੈਂ ਇੱਕ ਪੈਰ ਨਾਲ ਕਿੱਦਾਂ ਚੱਲਣਾ ਸਿੱਖਣਾ। ਤੋ ਜੋ ਘਟਨਾ ਹੈ ਉਹ ਉਨੀ ਮੈਟਰ ਨਹੀਂ ਕਰਦੀ ਜਿੰਨਾ ਉਸ ਘਟਨਾ ਦੇ ਲਈ ਤੁਹਾਡਾ ਜੋ ਰਿਐਕਸ਼ਨ ਹੈ ਉਹ ਮੈਟਰ ਕਰਦਾ। ਉਹੀ ਪੋਜ਼ੀਟਿਵ ਰਿਐਕਸ਼ਨ ਅਸੀਂ ਉਸ ਸਰਵਾਈਵਰ ਔਰ ਉਹਦੀ ਪੇਰੈਂਟਸ ਨੂੰ सिखाने की मैं कोशिश करती हैं। कोविड टाइम में भी बहुत सारे रेप जो केस हैं वो सामने आए हैं, आपको पता है, इन बारे में आपको क्या लगता है? कोविड टाइम इतने जो केसेस है वो किस तरीके से आ सकते हैं? ਕੋਵਿਡ ਦੇ ਟਾਈਮ ਜੋ ਜਿੱਦਾਂ ਲਾਸਟ ਈਅਰ ਤੋਂ ਜਦੋਂ ਲੋਕਡਾਊਨ ਹੋਇਆ, ਸਭ ਤੋਂ ਵੱਡੀ ਗੱਲ ਨਾ ਪੀਪਲ ਵਰ ਅਨਸਰਟਨ ਕਿ ਇਹ ਕੀ ਹੋ ਗਿਆ, ਸਾਡੀ ਨੌਕਰੀਆਂ ਚਲਿਆ ਗਿਆ, ਸਾਨੂੰ ਪਤਾ ਨਹੀਂ ਪੈਸੇ ਸਾਡੇ ਖਤਮ ਹੋ ਗਏ, ਲੋਕਾਂ ਦੇ ਬਿਜ਼ਨਸਿਸ ਬੰਦ ਹੋ ਗਏ। ਇਹ ਇੱਕ ਐਸੀ ਚੀਜ਼ ਹੋਈ ਸੀ ਜੋ ਸ਼ਾਇਦ ਪਿਛਲੀ 3 ਜਨਰੇਸ਼ਨਸ 'ਚ 200 ਸਾਲ 'ਚ ਸਾਡੇ ਕਿਸੇ ਪਰਿਵਾਰ ਦੇ ਨਾਲ ਹੋਈ ਨਹੀਂ ਸੀ, ਅਤੇ ਸਾਨੂੰ ਪਤਾ ਹੀ ਨਹੀਂ ਸੀ ਕਿ ਕਿੱਦਾਂ ਰਿਐਕਟ ਕਰੀਏ। ਅਤੇ ਫਿਰ ਉਹ ਫਰਸਟ੍ਰੇਸ਼ਨ, ਹਸਬੈਂਡ ਵਾਈਫ ਨੇ ਕਦੀ 24 ਘੰਟੇ ਇਕੱਠੇ ਨਹੀਂ ਗੁਜ਼ਾਰੇ ਸੀ, ਬੱਚਿਆਂ ਨੇ ਕਦੀ 24/7 ਆਪਣੇ ਪੇਰੈਂਟਸ ਨਾਲ ਰਹਿ ਕੇ ਨਹੀਂ ਦੇਖਿਆ ਸੀਗਾ, ਸਕੂਲ ਬੰਦ, ਬੱਚੇ ਔਨਲਾਈਨ ਹੈ। ਇੱਕ ਚੀਜ਼ ਹੋਰ ਮੈਂ ਸ਼ੇਅਰ ਕਰਾਂ, ਹੁਣ ਜੋ ਸਾਨੂੰ ਆ ਰਹੀਆਂ ਸਾਡੇ ਉੱਤੇ ਜੋ ਰਿਪੋਰਟਸ ਆ ਰਹੀਆਂ ਜਾਂ ਸਾਨੂੰ ਸਮਝ ਆ ਰਿਹਾ, ਖਾਸ ਕਰ ਜਿਹੜਿਆਂ ਦੇ ਪੇਰੈਂਟਸ ਅਨਐਜੂਕੇਟਡ ਹੈ ਜਾਂ ਸੋ ਕਾਲਡ ਬਹੁਤ ਬਿਜ਼ੀ ਹੈ, ਉਹ ਬੱਚਿਆਂ ਦੇ ਹੱਥ 'ਚ 24 ਘੰਟੇ ਮੋਬਾਈਲ ਹੈ, ਔਨਲਾਈਨ ਉਹਨਾਂ ਦੀ ਪੜ੍ਹਾਈ ਹੈ, ਡੇਟਾ ਔਰ ਪੈਕ ਉਹਨਾਂ ਦਾ ਫੁੱਲ ਸਪੀਡ 'ਤੇ ਚੱਲ ਰਿਹਾ। ਹੁਣ ਉਹ ਬੱਚੇ ਪੜ੍ਹਾਈ ਕਰ ਰਹੇ ਹੈ ਜਾਂ ਯੂਟਿਊਬ 'ਤੇ ਪੋਰਨੋਗ੍ਰਾਫੀ ਦੇਖ ਰਹੇ ਹੈ, ਦੇਰ ਇਜ਼ ਨੋ ਕੰਟਰੋਲ। ਹੁਣ ਜੇ ਇੱਕ 10-12 ਸਾਲ ਦੀ ਕੁੜੀ ਔਰ ਇੱਕ 12-14 ਸਾਲ ਦਾ ਸਕਾ ਭੈਣ ਭਰਾ ਵੀ ਪੋਰਨੋਗ੍ਰਾਫੀ ਦੇਖ ਰਿਹਾ, ਇਫ ਇਟ ਇਜ਼ ਔਨ ਦ ਇੰਟਰਨੈਟ, ਇਹ ਸਹੀ ਹੈ। ਉਹ ਫਿਰ ਉਹ ਫਿਜ਼ੀਕਲ ਐਕਸਪੈਰੀਮੈਂਟੇਸ਼ਨ 'ਚ ਹੀ ਰੇਪਸ ਹੋ ਜਾਂਦੇ ਆ। ਇਹ ਆਸਪੈਕਟ ਹਲੇ ਬਹੁਤ ਘੱਟ ਲੋਕਾਂ ਨੇ ਟੱਚ ਕੀਤਾ ਔਰ ਮੇਰੇ ਹਿਸਾਬ ਨਾਲ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ। मैम, जब आप काउंसलिंग करके आते हो, किसी जिसके साथ रेप हुआ, आपने उसकी काउंसलिंग की, तो आपका पर्सनली आपके ऊपर क्या असर पड़ता है, आपके माइंड पर, आपकी फैमिली पर? ਸ਼ੁਰੂ 'ਚ ਤੁਹਾਡਾ ਬਹੁਤ ਇੰਪੋਰਟੈਂਟ ਕੁਐਸਚਨ ਹੈ। ਸ਼ੁਰੂ 'ਚ ਮੈਂ ਬਹੁਤ ਜ਼ਿਆਦਾ ਡਿਪਰੈਸ ਹੋ ਜਾਂਦੀ ਸੀ, ਮੈਂ ਘਰ ਆ ਕੇ ਰੋਂਦੀ ਸੀਗੀ ਔਰ ਮੈਂ ਆਪਣੇ ਨਾ ਬੇਟੀ ਔਰ ਬੇਟੇ ਨੂੰ ਇੱਦਾਂ ਦੇਖਦੀ ਸੀ ਲਾਈਕ ਵਾਟ ਦ ਹੈਲ, ਵੀ ਮੈਂ ਇਹਨਾਂ ਨੂੰ ਬਾਹਰ ਜਾਣ ਦੇਵਾਂ, ਟਿਊਸ਼ਨ ਜਾਣਾ ਹੈ, ਬੱਚਿਆਂ ਨੇ ਇਕੱਲੇ ਭੇਜਾਂ, ਵੈਰੀ ਸਕੇਰੀ। ਬਟ ਦੈਨ ਆਈ ਰੀਅਲਾਈਜ਼ ਕਿ ਆਪਕੋ ਨਾ ਕਹਿੰਦੇ ਨਾ ਪ੍ਰੋਫੈਸ਼ਨਲ ਔਰ ਪਰਸਨਲ ਲਾਈਫ ਨੂੰ ਅਲੱਗ-ਅਲੱਗ ਕੰਪਾਰਟਮੈਂਟਸ 'ਚ ਡਿਵਾਈਡ ਕਰਨਾ ਪੈਂਦਾ, ਵਰਨਾ ਤੁਹਾਡਾ ਜੀਣਾ ਮੁਸ਼ਕਿਲ ਹੋ ਜਾਏਗਾ, ਵਰਨਾ ਮੈਂ ਤਾਂ ਖੁਦ ਹੀ ਡਿਪਰੈਸ ਹੋ ਜਾਂਦੀ। ਦੈਨ ਗ੍ਰੈਜੂਅਲੀ ਆਈ ਕੇਮ ਟੂ ਅ ਪੁਆਇੰਟ ਦੈਟ ਯੈਸ, ਇਹ ਮੇਰਾ ਵਰਕ ਹੈ, ਇਹ ਮੇਰੀ ਲਾਈਫ ਹੈ ਔਰ ਮੈਂ ਬਹੁਤ ਮੇਰੀ ਐਫਰਟ ਲੱਗੀ, ਲੇਕਿਨ ਮੈਂ ਆਪਣੀ ਫੈਮਿਲੀ ਦੇ ਉੱਤੇ ਕਦੀ ਆਪਣੇ ਪ੍ਰੋਫੈਸ਼ਨਲ ਥਾਟ ਪ੍ਰੋਸੈਸ ਦਾ ਅਸਰ ਨਹੀਂ ਹੋਣ ਦਿੱਤਾ। ਹਾਂ ਠੀਕ ਹੈ, ਐਜ਼ ਅ ਪੇਰੈਂਟ ਤੁਸੀਂ ਓਵਰ ਕੇਅਰਫੁਲ ਤਾਂ ਹੁੰਦੇ ਹੀ ਹੋ, ਤੁਸੀਂ ਇਸ ਪ੍ਰੋਫੈਸ਼ਨ 'ਚ ਹੋ ਨਾ ਹੋ, ਤੁਸੀਂ ਓਵਰ ਕੇਅਰਫੁਲ ਹੁੰਦੇ ਹੋ, ਬਟ ਬਿਯੋਂਡ ਦੈਟ ਮੈਂ ਮਤਲਬ ਉਹ ਘੁੱਟਣ ਦਾ ਮਾਹੌਲ ਨਹੀਂ ਦਿੱਤਾ ਆਪਣੇ ਬੱਚਿਆਂ ਨੂੰ ਕਦੀ ਵੀ। कभी
कोई ऐसा इंसिडेंट नहीं हुआ कि आप काउंसलिंग करके आए हो तो एकदम से उसका असर आपके परिवार पे पड़ा? हुआ एक दो बार शुरू शुरू 'ਚ ਹੋਇਆ ਸੀਗਾ ਐਂਡ ਮੇਰੇ ਹਸਬੰਡ ਕਹਿੰਦੇ ਸੀ ਔਰ ਮੇਰੇ ਬੱਚੇ ਵੀ ਕਹਿੰਦੇ ਸੀ ਆਪਕੋ ਨਾ ਤੁਹਾਨੂੰ ਸਾਡੇ ਤੋਂ ਜ਼ਿਆਦਾ ਆਪਣੇ ਜਿਹੜੇ ਪੇਸ਼ੈਂਟ ਤਾਂ ਮੈਂ ਨਹੀਂ ਕਹੂੰਗੀ ਕਿ ਜਿਨ੍ਹਾਂ ਦੇ ਨਾਲ ਤੁਸੀਂ ਗੱਲਬਾਤ ਕਰਦੇ ਹੋ ਤੁਹਾਨੂੰ ਉਹ ਜ਼ਿਆਦਾ ਇੰਪੋਰਟੈਂਟ ਲੱਗਦੇ ਆ ਸ਼ੁਰੂ ਨਾਲ ਮੇਰੇ ਨਾਲ ਬੱਚੇ ਨਾਰਾਜ਼ ਹੋ ਜਾਂਦੇ ਸੀ ਮੇਰੇ ਦੈਨ ਆਈ ਐਕਸਪਲੇਨ ਟੂ them ਕਿ ਬੱਚੇ ਤੁਸੀਂ ਸੇਫ ਹੋ ਤੁਸੀਂ ਪ੍ਰੋਟੈਕਟਡ ਹੋ ਯੂ ਆਰ ਲਵਡ ਉਹਨਾਂ ਬੱਚਿਆਂ ਦੀ ਸੋਚ ਕੇ ਦੇਖੋ ਕਿ ਜਿਨ੍ਹਾਂ ਦੇ ਨਾਲ ਇੰਨਾ ਕੁਝ ਹੋ ਰਿਹਾ ਔਰ ਉਹਨਾਂ ਦੇ ਪੇਰੈਂਟਸ ਨੂੰ ਪਤਾ ਹੀ ਨਹੀਂ ਹੈ 11-12 ਸਾਲ ਦੀ ਕੁੜੀ ਦਾ ਰੇਪ ਹੋ ਗਿਆ ਉਹਦੇ 'ਚ ਇੰਨੀ ਹਿੰਮਤ ਨਹੀਂ ਹੈ ਕਿ ਵੀ ਨਾਲ ਵਾਲੇ ਭਈਆ ਜਾਂ ਅੰਕਲ ਨੇ ਮੇਰਾ ਬਲਾਤਕਾਰ ਕਰਤਾ ਕਿ ਉਹ ਆ ਕੇ ਆਪਣੇ ਮਾਪਿਓ ਨੂੰ ਦੱਸ ਦੇ ਫਿਰ ਕਈ ਵਾਰ ਐਸੇ ਕੇਸਿਸ ਆਏ ਆ 12 14 15 ਸਾਲ ਦੀ ਕੁੜੀਆਂ ਪ੍ਰੈਗਨੈਂਟ ਹੋ ਗਈਆਂ 5th 6th ਮੰਥ 'ਚ ਮਾਪਿਓ ਨੂੰ ਪਤਾ ਚੱਲ ਰਿਹਾ ਹੈ ਬਹੁਤ ਜ਼ਿਆਦਾ ਕੰਪਲਿਕੇਟਡ ਸਿਚੁਏਸ਼ਨਸ ਰਹੀਆਂ ਤਾਂ ਯੂ ਆਰ ਰਾਈਟ ਡਿਪਰੈਸ਼ਨ ਹੁੰਦਾ ਹੈ ਅਸਰ ਪੈਂਦਾ ਹੈ ਦਿਮਾਗ 'ਤੇ ਪਰ ਉਹ ਖੁਦ ਦੀ ਸੋਚ ਹੈ ਕਿ ਤੁਸੀਂ ਆਪਣੇ ਆਪ ਨੂੰ ਕਿੰਨਾ ਮੈਂਟਲੀ ਸਟਰੋਂਗ ਰੱਖਦੇ ਹੋ ਮੇਰੀ ਕੋਸ਼ਿਸ਼ ਰਹੀ ਹੈ ਕਿ ਮੈਂ ਆਪਣੀ ਪਰਿਵਾਰ 'ਤੇ ਇਸ ਚੀਜ਼ ਦਾ ਅਸਰ ਨਾ ਹੋਣ ਦੇਵਾਂ कोई ऐसे एक दो केस जिसका ज़्यादा ही आपके ऊपर मेंटली स्ट्रेस पड़ा? ਇੱਕ ਮੇਰੇ ਕੋਲ ਨਾ ਬਹੁਤ ਪਹਿਲਾਂ ਇੱਕ ਮੁੰਡਾ ਆਇਆ ਸੀਗਾ ਜੋ ਉਸ ਟਾਈਮ 26-27 ਸਾਲ ਦਾ ਸੀਗਾ ਹੁਣ ਹੋ ਗਿਆ ਕਾਫੀ ਟਾਈਮ ਇਸ ਗੱਲ ਨੂੰ ਉਹ ਮੁੰਡਾ ਸਿੰਗਲ ਮਦਰ ਸੀ ਉਹਦੀ ਉਹ ਦੋਨੋਂ ਟ੍ਰੇਨ 'ਚ ਜਾ ਰਹੇ ਸੀਗੇ ਅਤੇ ਜਦੋਂ ਉੱਪਰ ਦੀ ਬਰਥ 'ਤੇ ਇੱਕ ਅੰਕਲ ਜੀ ਸੁੱਤੇ ਹੋਏ ਸੀ ਜਿੱਦਾਂ 50 ਸਾਲ ਦੇ ਉਸ ਲੇਡੀ ਨੂੰ ਕਹਿੰਦੇ ਭੈਣ ਜੀ ਇਹ ਬੇਟੇ ਨੂੰ ਮੇਰੇ ਕੋਲ ਸੁਲਾ ਦਿਓ ਐਵਰੇਜ ਮਦਰ ਕਹੇਗੀ ਕਿ ਚੱਲ ਇਹ ਵੀ ਮੇਲ ਰਾਈਟ ਤੁਸੀਂ ਮੰਨੋਗੇ ਉਸ ਬਜ਼ੁਰਗ ਨੇ ਸੋ ਕਾਲਡ ਨੇ ਪੂਰੀ ਰਾਤ ਉਸ ਮੁੰਡੇ ਦਾ ਮੂੰਹ ਦਬਾ ਕੇ ਉਹਨੂੰ ਸੈਕਸ਼ੂਅਲੀ ਅਸੌਲਟ ਕੀਤਾ 8 ਸਾਲ ਦਾ ਸੀ ਉਹ ਉਸ ਟਾਈਮ ਔਰ ਉਹ ਮੁੰਡਾ ਇੰਨਾ ਟਰਾਮੇਟਾਈਜ਼ ਹੋ ਗਿਆ ਕਿ ਜਦੋਂ ਉਹ ਮੇਰੇ ਕੋਲ ਆਇਆ ਪਹਿਲਾਂ ਤਾਂ ਉਹ ਚੁੱਪ ਉਹਨੂੰ ਕਿਸੇ ਨੇ ਰੈਫਰ ਕੀਤਾ ਸੀ ਪੁਲਿਸ ਦੇ ਥਰੂ ਨਹੀਂ ਉਹ ਡਾਇਰੈਕਟ ਆਇਆ ਸੀ ਮੇਰੇ ਕੋਲ ਅਤੇ ਗੱਲ ਹੋਈ ਫਿਰ ਅਲਟੀਮੇਟਲੀ ਹੋਇਆ ਕਿ ਮੇਰੇ ਨਾਲ ਆ ਹੋਇਆ ਕਹਿੰਦਾ ਹੁਣ ਮੇਰੀ ਇੰਗੇਜਮੈਂਟ ਹੋ ਗਈ ਹੈ ਔਰ ਉਹ ਮੇਰੀ ਗਰਲਫ੍ਰੈਂਡ ਹੈ ਸਾਡਾ ਰਿਲੇਸ਼ਨਸ਼ਿਪ ਹੈ 5 ਸਾਲ ਦਾ ਔਰ ਕਹਿੰਦਾ ਮੈਨੂੰ ਇਹ ਪਤਾ ਹੀ ਨਹੀਂ ਕਿ ਮੈਂ ਆਪਣੀ ਵਾਈਫ ਨਾਲ ਫਿਜ਼ੀਕਲੀ ਕੰਪੈਟੀਬਲ ਹੋ ਵੀ ਸਕੂੰਗਾ ਕਿ ਨਹੀਂ ਕਿਉਂਕਿ ਮੈਨੂੰ ਸੈਕਸ਼ੂਅਲ ਰਿਲੇਸ਼ਨਸ਼ਿਪ ਤੋਂ ਮੇਰੇ ਮਨ 'ਚ ਇੱਕ ਮੈਂਟਲ ਬਲੌਕ ਬਣ ਗਿਆ ਔਰ ਮੈਂ ਇੱਕ ਬॉय ਦੀ ਗੱਲ ਕਰ ਰਹੀ ਹਾਂ ਗਰਲ ਦੀ ਨਹੀਂ ਤੂੰ ਸੋਚੋ ਕਿ 8 ਸਾਲ ਦੀ ਉਮਰ ਤੋਂ 27 ਸਾਲ ਦੀ ਉਮਰ ਤੱਕ 18-19 ਸਾਲ ਉਸ ਮੁੰਡੇ ਨੇ ਆਪਣਾ ਦਿਮਾਗ ਕਿੰਨਾ ਡਿਪਰੈਸ ਕੀਤਾ ਉਹਨੇ ਔਰ ਕਿੰਨੇ ਰਿਸ਼ਤੇ ਕਿੰਨੇ ਓਪਰਚੁਨਿਟੀਜ਼ ਉਹਨੇ ਗਵਾਏ ਹੋਣੇ ਆ ਜਸਟ ਬਿਕੋਜ਼ ਕਿ ਉਹ ਡਰ ਰਿਹਾ ਸੀ ਫਿਰ 3-4 ਕਾਉਂਸਲਿੰਗ ਤੱਕ ਤੋਂ ਮੈਂ ਗੱਲ ਕੀਤੀ ਉਹਨੇ ਸੁਣੀ ਫਿਰ ਇੱਕ ਦਿਨ ਉਹ ਬਹੁਤ ਰੋਇਆ 2 ਘੰਟੇ ਰੋਇਆ ਉਸ ਤੋਂ ਬਾਅਦ ਦੈਨ ਹੀ ਸਟਾਰਟਡ ਟਾਕਿੰਗ ਫਿਰ 5-6 ਮਹੀਨੇ ਬਾਅਦ ਉਹ ਆਇਆ ਉਹ ਮਤਲਬ ਉਹਨੇ ਮੈਨੂੰ ਆਪਣੀ ਮੈਰਿਜ 'ਤੇ ਇਨਵਾਈਟ ਕੀਤਾ ਫਿਰ ਬਾਅਦ 'ਚ ਆਪਣੀ ਵਾਈਫ ਨਾਲ ਮਿਲਵਾਇਆ ਦੈਨ 1.5 ਸਾਲ ਬਾਅਦ ਦੁਬਾਰਾ ਆਇਆ ਦੇ ਹੈਡ ਅ ਸਨ ਤੋ ਬੇਬੀ ਨੂੰ ਲੈ ਕੇ ਆਏ ਸੀ ਮੇਰੇ ਕੋਲ ਮਿਲਵਾਉਣ ਦੇ ਲਈ ਇਹ ਚੀਜ਼ਾਂ ਮੈਨੂੰ ਬੜੀਆਂ ਅੱਛੀਆਂ ਲੱਗਦੀਆਂ ਸਕਸੈਸ ਸਟੋਰੀ ਕਹਿ ਲਓ ਜਾਂ ਹੈਪੀਨੈਸ ਕਹਿ ਲਓ ਬਟ ਮੈਂ ਇਹ ਇਨਸੀਡੈਂਟ ਸ਼ੇਅਰ ਇਸ ਲਈ ਕੀਤਾ ਹੈ ਕਿ ਉਸ ਮੁੰਡੇ ਨਾਲ ਸੋਚੋ ਕਿ ਇੰਨੇ ਸਾਲ ਉਹਨੂੰ ਕੋਈ ਸਪੋਰਟ ਨਹੀਂ ਸੀ ਸਿੰਗਲ ਪੇਰੈਂਟ ਨਾ ਪਿਓ ਨਾ ਭੈਣ ਨਾ ਭਰਾ ਕਿਸੇ ਨਾਲ ਗੱਲ ਨਹੀਂ ਕਰ ਸਕਦਾ ਇਹੋ ਜਿਹੇ ਕਿੰਨੇ ਕੇਸਿਸ ਐਸੇ ਹੁੰਦੇ ਆ ਛੋਟੀ ਕੁੜੀਆਂ ਦੇ ਮੁੰਡਿਆਂ ਦੇ ਜੋ ਕਿਸੇ ਉਹਦੇ 'ਚ ਆਉਂਦਾ ਹੀ ਨਹੀਂ ਹੈ ਉਹ ਪੁਲਿਸ ਸਟੇਸ਼ਨ ਵੀ ਨਹੀਂ ਆਉਂਦੇ ਉਹ ਗੱਲ ਵੀ ਨਹੀਂ ਕਰਦੇ ਔਰ ਉਹ ਉਹਨਾਂ ਚੀਜ਼ਾਂ ਨੂੰ ਲੈ ਕੇ ਡਿਪਰੈਸ਼ਨ ਸੁਸਾਈਡਲ ਅਟੈਂਪਟਸ ਪਤਾ ਨਹੀਂ ਕੀ ਕਰਦੇ ਜਾਂ ਉਹ ਕਈ ਵਾਰ ਉਹ ਖੁਦ ਵੀ ਉਸੀ ਗਲਤ ਦਿਸ਼ਾ 'ਚ ਚਲੇ ਜਾਂਦੇ ਆ ਬॉयज़ गर्ल्स एनीबडी और वो फिर राह ही गलत पकड़ लेते हैं अपनी लाइफ का हैंस सपोर्ट बहुत ज़रूरी है मैम ठीक है आप जैसे काउंसलिंग करके आए आपने उनके परिवार वालों की भी काउंसलिंग कर दी लेकिन जो रेप के केस होते हैं उसमें कहीं कोई सोल्यूशन होता ही नहीं है कहीं आपने केसेस भी देखे होंगे कोई सोल्यूशन नहीं आप कब तक काउंसलिंग कर लोगे क्योंकि आपने काउंसलिंग की आपने बोल दिया कि ठीक है उनको आपने निकालने की कोशिश की लेकिन जब वो उसका कोई सोल्यूशन नहीं हो रहा तो उनके ऊपर तो मेंटली और असर पड़ा तो आप कब तक आपकी जो काउंसलिंग है वो सक्सेस रहेगी हाँ ये अपने एक बहुत जरूरी सवाल तुसी पूछा है ਉਹਦੇ 'ਚ ਪਤਾ ਕੀ ਹੈ ਦੇਖੋ ਜੋ ਅਕਿਊਜ਼ਡ ਹੈ ਉਹਨੂੰ ਤਾਂ ਪਨਿਸ਼ਮੈਂਟ ਹੋ ਗਈ ਲੇਕਿਨ ਜਿਸ ਬੱਚੇ ਨਾਲ ਉਹ ਚੀਜ਼ ਹੋਈ ਹੈ ਉਹਦੇ ਉੱਤੇ ਤਾਂ ਮੈਂਟਲ ਔਰ ਫਿਜ਼ੀਕਲ ਟਰਾਮਾ ਆ ਗਿਆ ਤੁਹਾਡਾ ਜੋ ਕੁਐਸਚਨ ਕਿ ਕਦ ਤੱਕ ਤੁਸੀਂ ਕਾਉਂਸਲਿੰਗ ਕਰੋਗੇ ਕਾਉਂਸਲਿੰਗ ਦਾ ਪਰਪਸ ਹੀ ਇਹੀ ਹੈ ਕਿ ਕੁਝ ਸਮੇਂ ਦੇ ਅੰਦਰ ਤੁਸੀਂ ਇਸ ਬੱਚੇ ਨੂੰ ਐਕਸੈਪਟੈਂਸ ਦੇ ਲੈਵਲ 'ਤੇ ਲਿਆਓ ਕਿ ਇਹ ਤੇਰੀ ਗਲਤੀ ਨਹੀਂ ਹੈ ਤੇਰੇ ਨਾਲ ਜੋ ਹੋ ਗਿਆ ਮੈਂਟਲ ਜਾਂ ਫਿਜ਼ੀਕਲ ਟਰਾਮਾ ਆਈ ਐਗਰੀ ਉਹ ਇੰਨੀ ਛੇਤੀ ਜਾਂਦਾ ਨਹੀਂ ਹੈ ਪਰ ਉਹਨੂੰ ਇਮੋਸ਼ਨਲੀ ਇੰਨਾ ਅਸੀਂ ਸਟਰੋਂਗ ਬਣਾ ਦਿੰਦੇ ਹਾਂ ਕਿ ਉਹ ਆਪਣੀ ਲਾਈਫ 'ਚ ਅੱਗੇ बढ़ ਸਕੇ ਔਰ ਜੇ ਉਹ ਫਾਈਨੈਂਸ਼ੀਅਲੀ ਵੀਕ ਹੈ ਤਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉਹਨੂੰ ਐਜੂਕੇਸ਼ਨ 'ਚ ਪਾਓ ਸਕਿੱਲ ਡਿਵੈਲਪਮੈਂਟ 'ਚ ਅਸੀਂ ਜਾ ਕੇ ਚੀਜ਼ਾਂ ਬਣਾਉਣੀਆਂ ਸਿਖਾਉਂਦੇ ਹਾਂ ਉਹਨਾਂ ਨੂੰ ਸਟਿਚਿੰਗ ਦੇ ਲਈ ਉਹਨਾਂ ਨੂੰ ਅਸੀਂ ਫੈਸਿਲਿਟੀਜ਼ ਪ੍ਰੋਵਾਈਡ ਕਰਦੇ ਹਾਂ ਬਹੁਤ ਚੀਜ਼ਾਂ ਅਸੀਂ ਕਰਦੇ ਹਾਂ ਜੋ ਸ਼ਾਇਦ ਮੇਰੀ ਪੁਲਿਸ ਦੀ ਪ੍ਰੋਫਾਈਲ ਨਾਲ ਕਨੈਕਟਡ ਵੀ ਨਹੀਂ ਹੈ ਬਟ ਅਸੀਂ ਉਹਨਾਂ ਨੂੰ ਇਸ ਲਈ ਕਰਦੇ ਹਾਂ ਕਿ ਆਈ ਰੀਅਲਾਈਜ਼ ਕਿ ਤੁਸੀਂ ਕਿਸੇ ਨੂੰ ਇਹ ਕਹੋ ਕਿ ਤੂੰ ਆਹ ਚੀਜ਼ ਕਰ ਲੈ ਮਗਰ ਉਹਨੂੰ ਫਿਰ ਉਹਦਾ ਕੋਈ ਰਿਜ਼ਲਟ ਵੀ ਮਿਲਣਾ ਚਾਹੀਦਾ ਚਾਹੇ ਉਹ ਜੌਬ ਹੋਏ ਚਾਹੇ ਉਹ ਆਪਣਾ ਕੋਈ ਬੁਟੀਕ ਖੋਲ੍ਹੇ
ਜਾਂ ਕੋਈ ਉਹ ਟਿਊਸ਼ਨਸ ਪੜ੍ਹਾਉਣੀ ਸ਼ੁਰੂ ਕਰੇ, ਕੁਝ ਵੀ ਕਰਨ ਉਹ ਲੋਕ, ਤੇ ਉਹਨਾਂ ਨੂੰ ਇੱਕ ਪਰਪਸ ਆਫ ਲਾਈਫ ਦੇਣਾ ਜ਼ਰੂਰੀ ਹੈ ਜੇ ਅਸੀਂ ਐਕਚੁਅਲੀ ਕਾਉਂਸਲਿੰਗ ਦਾ ਇਫੈਕਟ ਫਾਈਨਲ ਰਿਜ਼ਲਟ ਦੇਖਣਾ ਚਾਹੁੰਦੇ ਹਾਂ। ਜਿੱਦਾਂ ਫੋਰ ਐਗਜ਼ਾਮਪਲ ਕਈ ਪ੍ਰੋਸਟੀਟਿਊਟਸ ਨੂੰ ਜਾਂ ਸੈਕਸ ਵਰਕਰਸ ਨੂੰ ਪੁਲਿਸ ਅਰੈਸਟ ਕਰਦੀ ਹੈ। ਮੈਂ ਇਹ ਸਵਾਲ ਚੁੱਕਿਆ ਸੀਗਾ ਔਰ ਮੈਂ ਇਸ 'ਤੇ ਕੰਮ ਵੀ ਕਰਨਾ ਚਾਹੁੰਦੀ ਹਾਂ ਕਿ ਕੋਈ ਸੈਕਸ ਵਰਕਰ ਕਿਉਂ ਬਣਦਾ ਹੈ। 90% ਆਫ ਦੀ ਟਾਈਮ ਫਾਈਨੈਂਸ਼ੀਅਲ ਡਿਫਿਕਲਟੀ ਦੇ ਕਾਰਨ। ਤੁਸੀਂ ਉਹਨੂੰ ਸਜ਼ਾ ਦੇ ਦੋਗੇ, ਉਹ ਜ਼ਮਾਨਤ ਹੋ ਜਾਏਗੀ, ਜੇਲ੍ਹ ਹੋ ਜਾਏਗੀ, ਬਾਹਰ ਆ ਕੇ ਉਹਦੇ ਕੋਲ ਫਿਰ ਕਮਾਈ ਦਾ ਕੋਈ ਸਾਧਨ ਨਹੀਂ ਹੈ, ਉਹਨੇ ਫਿਰ ਉਸੇ ਰਾਹ ਚੱਲਣਾ। ਤੇ ਬੈਟਰ ਹੈ ਨਾ ਉਹਨੂੰ ਸਮਝਾ ਬੁਝਾ ਕੇ ਉਹਨੂੰ ਕਿਸੇ ਸਹੀ ਰਾਹ 'ਤੇ ਪਾਇਆ ਜਾਏ ਤਾਂ ਕਿ ਉਹ ਆਪਣੀ एक्चुअल मेहनत नाल पैसे कमा सके। मैम आपने पॉक्सो एक्ट के बारे में जो जिक्र किया, थोड़ा सा आप बताओगे कि वो एक्चुअल में होता क्या है? ओके, पॉक्सो इज़ अ प्रोटेक्शन ऑफ चिल्ड्रन फ्रॉम सैक्शुअल ऑफेंसिस। ਹੁਣ ਸੈਕਸ਼ੂਅਲ ਅਫੈਂਸਿਸ ਦੇ ਬਹੁਤ ਸਬ ਕੈਟਾਗਰੀਜ਼ ਹੈ। ਜਿੱਦਾਂ ਇੱਕ ਸੈਕਸ਼ੂਅਲ ਅਫੈਂਸ ਹੈਗਾ ਕਿ ਤੁਸੀਂ ਐਕਚੁਅਲ ਰੇਪ, ਇੱਕ ਸੈਕਸ਼ੂਅਲ ਅਫੈਂਸ ਹੈ ਕਿ ਤੁਸੀਂ ਕਿਸੇ ਦੇ ਕੱਪੜੇ ਲਾ ਕੇ ਉਹਦੇ ਸਰੀਰ ਦੇ ਕਿਸੇ ਪਾਰਟ ਨੂੰ ਛੂਹਣ ਦੀ ਕੋਸ਼ਿਸ਼ ਕੀਤੀ। ਇੱਕ ਸੈਕਸ਼ੂਅਲ ਅਸੌਲਟ ਹੈ ਕਿ ਤੁਸੀਂ ਉਹਦੇ ਨਾਲ ਵਰਬਲ ਛੇੜਖਾਨੀ ਕੀਤੀ, ਉਹਨੂੰ ਕਮੈਂਟਸ ਦਿੱਤੇ, ਇਹ ਸਭ ਪੌਕਸੋ ਦੇ ਅੰਡਰ ਆਉਂਦਾ। ਔਰ ਇਹਨਾਂ ਦੇ ਲਈ ਸੈਕਸ਼ਨਸ ਵੀ ਅਲੱਗ ਹੈ, 6, 7, 8, 12 ਡਿਪੈਂਡਿੰਗ ਔਨ ਤੁਹਾਡਾ ਜੋ ਲੈਵਲ ਆਫ ਅਸੌਲਟ ਕੀ ਹੈ। ਸੜਕ 'ਤੇ ਕੁੜੀ ਖੜੀ ਹੈ, ਤੁਸੀਂ ਉਹਨੂੰ ਛੇੜ ਰਹੇ ਹੋ, ਕਮੈਂਟ ਦੇ ਰਹੇ ਹੋ, ਉਹਦੇ 'ਤੇ ਵੀ ਪੌਕਸੋ ਐਕਟ ਲਾਗੂ ਹੁੰਦਾ, ਖਾਸ ਕਰ ਜੇ ਕੁੜੀ 18 ਤੋਂ ਘੱਟ ਹੈ। ਜੇ ਕੋਈ ਵੀ ਚਾਹੇ ਈਵਨ ਪੇਰੈਂਟ ਹੈ ਜਾਂ ਬ੍ਰਦਰ ਸਿਸਟਰ ਹੈ ਜਾਂ ਨੇਬਰ ਹੈ, ਰੀਅਲ ਬਲੱਡ ਰਿਲੇਟਿਵਸ ਦੇ ਇੰਨੇ ਕੰਪਲੇਂਟਸ ਆਉਂਦੇ ਆ ਸਾਡੇ ਕੋਲ, ਤੁਸੀਂ ਸੋਚ ਨਹੀਂ ਸਕਦੇ। ਠੀਕ ਹੈ ਨਾ। ਅਤੇ ਉਹ ਪੌਕਸੋ ਦੀ ਜੋ ਡਿਫਰੈਂਟ ਕੈਟੇਗਰੀਜ਼ ਹੈ ਉਹਦੇ ਅੰਡਰ ਪਨਿਸ਼ਮੈਂਟ ਦਾ ਪ੍ਰੋਵੀਜ਼ਨ ਵੀ ਡਿਫਰੈਂਟ ਹੈ, 3 years, 5 years, 7 years। ਔਰ ਜੋ ਐਕਚੁਅਲ ਰੇਪ ਹੈ ਉਹਦੀ ਤਾਂ ਪਨਿਸ਼ਮੈਂਟ ਇਜ਼ 10 years ਐਂਡ ਅਬਵ। ਅਤੇ ਪੁਲਿਸ ਦੀ ਔਰ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਤਹਿ ਤੱਕ ਜਾਈਏ ਤਾਂ ਕਿ ਕਿਸੇ ਬੰਦੇ ਨੂੰ ਗਲਤ ਸਜ਼ਾ ਵੀ ਨਾ ਹੋਏ ਔਰ ਅਸੀਂ ਪੂਰੇ ਪ੍ਰੂਫ ਲੈ ਕੇ ਚੱਲੀਏ। ਹਾਂ, ਮਗਰ ਇਹ ਜ਼ਰੂਰ ਹੈ ਵੂਮਨ ਪੁਲਿਸ ਸਟੇਸ਼ਨ ਹੈ ਐਂਡ ਆਈ ਐਮ ਅ ਫੀਮੇਲ ਐਂਡ ਕਿਤੇ ਨਾ ਕਿਤੇ ਅਨਫੋਰਚੂਨੇਟਲੀ ਸਾਡੇ ਦੇਸ਼ 'ਚ ਜ਼ਿਆਦਾ ਅਸੌਲਟ ਕੁੜੀਆਂ ਨਾਲ ਹੀ ਹੁੰਦੇ ਆ, ਮੁੰਡਿਆਂ ਨਾਲ ਹੁੰਦੇ ਆ ਪਰ ਕੁੜੀਆਂ ਨਾਲ ਹੀ ਜ਼ਿਆਦਾ ਹੁੰਦੇ ਆ। ਅਤੇ ਇਸ ਲਈ ਲੌਜ਼ ਸ਼ਾਇਦ ਬਹੁਤ ਜ਼ਿਆਦਾ ਸਟਰੋਂਗ ਬਣ ਗਏ ਹੈ। ਮਗਰ ਮੈਂ ਇਹ ਚਾਹੁੰਦੀ ਹਾਂ, ਮੇਰੀ ਇੱਕ ਇਹ ਸੋਚ ਹੈ ਕਿ ਜੋ ਅਕਿਊਜ਼ਡ ਹੈ, ਚਾਹੇ ਉਹ ਪ੍ਰੂਵਡ ਹੈ, ਸਬੂਤ ਵੀ ਹੈ ਤੁਹਾਡੇ ਕੋਲ, ਅਕਿਊਜ਼ ਦੀ ਕਾਉਂਸਲਿੰਗ ਜ਼ਰੂਰ ਹੋਣੀ ਚਾਹੀਦੀ ਹੈ। ਕਿਉਂਕਿ ਮੇਰਾ ਇਹ ਕਹਿਣਾ ਹੈ ਕਿ ਜੇ 20-22 ਸਾਲ ਦਾ ਮੁੰਡਾ ਜੇ ਰੇਪ ਕਰਦਾ, ਉਹਨੂੰ ਤੁਸੀਂ 10 ਸਾਲ ਲਈ ਜੇਲ੍ਹ ਕਰਤੀ, 10 ਸਾਲ ਬਾਅਦ ਉਹ 32-33 ਸਾਲ ਦਾ ਹੋ ਕੇ ਬਾਹਰ ਆ ਜਾਏਗਾ, ਤੁਹਾਨੂੰ ਲੱਗਦਾ ਉਹ ਸੁਧਰ ਜਾਏਗਾ? ਹਾਰਡਲੀ 1% ਚਾਂਸ ਹੈ ਕਿ ਉਹ ਇੰਪਰੂਵ ਹੋ ਜਾਏ। ਕੁਛ ਹੁੰਦੇ ਆ ਜੋ ਅੰਦਰ ਪੜ੍ਹਾਈਆਂ ਕਰ ਲੈਂਦੇ ਆ, MSc PhD ਕਰ ਲੈਂਦੇ ਆ, ਬਟ 99% ਉਹ ਇੱਕ ਰੜਿਆ ਹੋਇਆ ਕ੍ਰਿਮੀਨਲ ਬਣ ਕੇ ਬਾਹਰ ਆਏਗਾ ਔਰ ਉਸ ਚੀਜ਼ ਨੂੰ ਹੋਰ ਕਰੇਗਾ। ਇਸ ਲਈ ਜੋ ਅਫੈਂਡਰ ਹੈ ਨਾ, ਉਹਦੀ ਸਪੋਰਟ ਔਰ ਇਮੋਸ਼ਨਲ ਸਪੋਰਟ ਔਰ ਕਾਉਂਸਲਿੰਗ ਬਹੁਤ ਜ਼ਰੂਰੀ ਹੈ। ਸਾਈਕੈਟ੍ਰਿਕ ਐਨਾਲਿਸਿਸ ਜ਼ਰੂਰੀ ਹੈ। ਯੂ ਹੈਵ ਟੂ ਰੀਅਲੀ ਫਾਈਂਡ ਆਊਟ ਕਿ ਉਹ ਇਸ ਰਾਹ 'ਤੇ ਚੱਲਿਆ ਤਾਂ ਕਿਉਂ ਚੱਲਿਆ। ਤਾਂ ਜੋ ਪੌਕਸੋ ਦੇ ਉੱਤੇ ਅਤੇ ਵਰਡ 'ਤੇ ਤੁਸੀਂ ਜੇ ਗੱਲ ਕਰਨਾ ਚਾਹ ਰਹੇ ਹੋ, ਜੋ ਮੈਨੂੰ ਲੱਗ ਰਿਹਾ ਕਿ ਤੁਹਾਨੂੰ ਉਹਦੀ ਡਿਟੇਲ ਦੀ ਲੋੜ ਹੈ, ਪੌਕਸੋ ਦੇ ਵਿੱਚ ਇਹ ਹੈਗਾ ਕਿ ਤੁਸੀਂ ਇਮੀਡੀਏਟਲੀ ਇੱਕ 0 FIR ਹੁੰਦੀ ਹੈ। ਤੁਸੀਂ ਦੇਸ਼ ਦੇ ਕਿਸੇ ਵੀ ਏਰੀਆ ਨੂੰ ਬਿਲੋਂਗ ਕਰਦੇ ਹੋ, ਤੁਸੀਂ ਕਿਸੇ ਵੀ ਪੁਲਿਸ ਸਟੇਸ਼ਨ 'ਚ ਵਾਕ ਇਨ ਕਰਦੇ ਹੋ ਔਰ ਕਹਿੰਦੇ ਹੋ ਕਿ ਮੇਰਾ ਰੇਪ ਹੋਇਆ, ਖਾਸ ਕਰ ਜੇ ਤੁਸੀਂ 18 ਤੋਂ ਘੱਟ ਹੋ, ਇਮੀਡੀਏਟ 0 FIR ਹੈ। ਤੁਹਾਨੂੰ ਕੋਈ ਸਵਾਲ ਨਹੀਂ ਪੁੱਛਿਆ ਜਾਏਗਾ, ਉਸੇ ਟਾਈਮ FIR ਦਰਜ ਕੀਤੀ ਜਾਏਗੀ। ਇਨਵੈਸਟੀਗੇਸ਼ਨ ਸਭ ਬਾਅਦ 'ਚ। ਉਸ ਤੋਂ ਬਾਅਦ ਤੁਹਾਡੀ ਜੋ ਉਹ FIR ਦੀ ਫਾਈਲ ਹੈ, ਤੁਹਾਡੀ ਜੋ ਪਲੇਸ ਆਫ ਅਕਰੈਂਸ ਹੈ, ਜਿੱਥੇ ਉਹ ਚੀਜ਼ ਹੋਈ ਹੈ, ਜੇ ਅਸੀਂ ਆਪਣੇ ਏਰੀਆ ਦਾ ਲਈਏ ਅਤੇ ਜੇ ਤੁਸੀਂ ਪੰਚਕੂਲਾ ਆ ਕੇ ਕੰਪਲੇਂਟ ਕਰਦੇ ਹੋ ਲੇਕਿਨ ਪਲੇਸ ਆਫ ਅਕਰੈਂਸ ਮੋਹਾਲੀ ਜਾਂ ਚੰਡੀਗੜ੍ਹ ਹੈ, ਤਾਂ ਤੁਹਾਡੀ ਫਾਈਲ ਪੂਰੀ ਪ੍ਰੋਪਰ ਬਣਾ ਕੇ ਉੱਥੇ ਦੇ ਰੈਲੇਵੈਂਟ ਥਾਣੇ ਨੂੰ ਭੇਜ ਦਿੱਤੀ ਜਾਏਗੀ ਔਰ ਫਰਦਰ ਪ੍ਰੋਸੈਸਿੰਗ ਉੱਥੇ ਹੋਏਗੀ। ਮਗਰ ਜੋ ਵੀ ਤੁਸੀਂ ਇਨਫੋਰਮੇਸ਼ਨ ਇੱਥੇ ਦਿੱਤੀ ਹੈ ਉਹ ਉੱਥੇ ਦੇ ਥਾਣੇ ਨਾਲ ਸ਼ੇਅਰ ਕੀਤੀ ਜਾਏਗੀ। आपको पर्सनली लगता है कि रेपिस्ट को सज़ा वगैरह मिलती है, क्योंकि बहुत से केस ऐसे ही पड़े? ਅਨਫੋਰਚੂਨੇਟਲੀ ਸਾਡੇ ਦੇਸ਼ 'ਚ ਨਾ ਔਫੈਂਸ ਜ਼ਿਆਦਾ ਹੈ, ਜੱਜ ਘੱਟ ਹੈ। ਇਹ ਇੱਕ ਪਰਪੈਚੁਅਲ ਪ੍ਰੋਬਲਮ ਹੈ। ਲੋਕੀ ਪੁਲਿਸ ਨੂੰ ਵੀ ਕਹਿੰਦੇ ਆ ਵੀ ਪੁਲਿਸ ਦੇਰ ਮੇਂ ਆਤੀ ਹੈ, ਇਹ ਕਰਦੇ। ਲੋਕੀ ਦੱਸਦੇ ਕਦੋਂ ਹੈ ਪੁਲਿਸ ਨੂੰ? ਕਿੰਨੀ ਦੇਰ 'ਚ ਦੱਸਦੇ ਆ। ਔਰ ਜੇ ਜਿੱਦਾਂ ਤੁਸੀਂ ਪੰਚਕੂਲਾ ਲੈ ਲਓ, ਜੇ 10 ਲੱਖ ਬੰਦਾ ਹੈ ਤਾਂ ਲੱਖ ਪੁਲਿਸ ਵਾਲਾ ਵੀ ਨਹੀਂ ਹੋਏਗਾ। ਐਗਜ਼ਾਮਪਲ ਦੇ ਰਹੀ ਹਾਂ ਮੈਂ ਤੁਹਾਨੂੰ, ਨਾਟ ਦੀ ਐਗਜ਼ੈਕਟ ਫਿਗਰ। ਔਰ ਦੇਖੋ ਪੁਲਿਸ ਤੁਹਾਡੇ ਘਰ 'ਚ ਨਹੀਂ ਰਹਿੰਦੀ, ਪੁਲਿਸ ਤੁਹਾਡੇ ਘਰ ਦੇ ਬਾਹਰ ਨਹੀਂ 24 ਘੰਟੇ ਖੜੀ ਰਹਿੰਦੀ। ਤੁਸੀਂ ਜੇ ਬੁਲਾਓਗੇ ਤਾਂ ਪੁਲਿਸ ਆਏਗੀ ਨਾ। ਫਿਰ ਤੁਸੀਂ ਇੱਕ ਜੇ ਬਲੇਮ ਲਗਾਓ ਕਿ ਵੀ ਇੱਦਾਂ ਹੈ, ਲੋਕੀ ਕਹਿੰਦੇ ਕਰਪਸ਼ਨ, ਰਾਈਟ। ਅੱਜ ਮੈਂ ਤੁਹਾਡੇ ਰਾਹੀਂ ਮੈਂ ਇਹ ਗੱਲ ਸ਼ੇਅਰ ਕਰਨਾ ਚਾਹੁੰਦੀ ਹਾਂ, ਕਰਪਟ ਡਿਪਾਰਟਮੈਂਟ ਨਹੀਂ ਹੁੰਦਾ, ਕਰਪਟ ਬੰਦਾ ਹੁੰਦਾ। ਉਹ ਕਿਸੇ ਵੀ ਮਹਿਕਮੇ 'ਚ ਹੋ ਸਕਦਾ।
ਉਹਦੇ ਲਈ ਅਸੀਂ ਇੱਕ ਜਨਰਲ ਸਟੇਟਮੈਂਟ ਦੇ ਕੇ ਕਿ ਵੀ ਪੋਲੀਟੀਸ਼ੀਅਨ ਇੱਦਾਂ ਦੇ ਹੁੰਦੇ ਹੈ ਜਾਂ ਪੁਲਿਸ ਵਾਲੇ ਇੱਦਾਂ ਦੇ ਹੁੰਦੇ ਆ ਜਾਂ ਬਿਊਰੋਕਰੈਟ ਇੱਦਾਂ ਦੇ ਹੁੰਦੇ, ਮੇਰੇ ਹਿਸਾਬ से ਉਹ ਨਹੀਂ ਕਹਿਣਾ ਚਾਹੀਦਾ। ਜੋ ਕਰਪਸ਼ਨ ਹੈ, ਜੋ ਭ੍ਰਿਸ਼ਟਾਚਾਰ ਹੈ, ਉਹ ਪਰਟੀਕੂਲਰ ਬੰਦਾ ਕਰਦਾ ਹੈ, ਪੂਰਾ ਡਿਪਾਰਟਮੈਂਟ ਨਹੀਂ। ਸੋ ਹਾਂ, ਸਾਡੇ ਕੋਲ ਇੰਨੇ ਅੱਛੇ ਆਫਿਸਰਸ ਹੈ, ਇੰਨੇ ਅੱਛੇ, ਤੁਸੀਂ ਬਿਲੀਵ ਨਹੀਂ ਕਰ ਸਕਦੇ ਕਿ ਮੈਂ ਖੁਦ ਨੂੰ ਪ੍ਰਾਊਡ ਮਹਿਸੂਸ ਕਰਦੀ ਹਾਂ ਕਿ ਮੈਂ ਉਹਨਾਂ ਲੋਕਾਂ ਨਾਲ ਕੰਮ ਕਰ ਰਹੀ ਹਾਂ। मैम जैसे आप ऑफिसर की बोल रही हूँ, मैं आपसे ये पूछ रही हूँ कि जो रेपिस्ट है वो सरेआम ऐसे फिर रहे, उनके ऊपर क्या सुनवाई? हाँ, वही मैं, सॉरी मैं डाइवर्ट कर गई थी बिकॉज मुझे अपना काम अच्छा लगता है इसलिए। लेकिन जो आप कह रहे हो ना सरेआम फिर रहे हैं, उसका आधा रीज़न तो ये है कि टाइम पे कंप्लेंट नहीं होती। हमारा परिवार ये डरता है कि ओ गॉड अगर हमने बता दिया हमारी बदनामी होगी, इसलिए रेपिस्ट और राम नाल घूम रहे हैं, वो दोनों और रेप करेगा। और जिनकी कंप्लेंट्स हो चुकी है, जिनकी और पहले ही कंप्लेंट कर चुके हैं परिवार वाले, उन पे कोई सुनवाई नहीं आ रही, उसके लिए देखो जो मेरा जो पर्सनल एक्सपीरियंस है मेरे डिपार्टमेंट में, मुझे तो अभी तक ऐसा कोई एक्सपीरियंस हुआ ही नहीं, क्योंकि मैं ही सबसे ज़्यादा वो ऐसी हूँ कि मैं पीछे पड़ी रहती हूँ कि हाँ इस चीज़ को सॉल्व करो। किसी स्टेट या किसी अलग डिपार्टमेंट पे तो मैं क्या ही कमेंट दूँ, लेकिन यू आर राइट, जितनी स्पीड पे रिएक्शन होना चाहिए, जितनी स्पीड पे मतलब सज़ा या जुडिशरी के थ्रू सारा प्रोसेस होना चाहिए, वेरी डेफिनेटली हमारी कंट्री में बहुत स्लो है, बहुत स्लो है। और उस चक्कर में लड़कियों की ज़िंदगियाँ भी कॉम्प्लिकेट हो जाती हैं, और जो एक्यूज़ होता है या रेपिस्ट होता है उसका भी कॉन्फिडेंस बढ़ जाता है कि मेरा कोई कुछ नहीं बिगाड़ सकता। आपके अकॉर्डिंग एक रेपिस्ट को कितनी सज़ा मिलनी चाहिए? देखो इफ रेप, मैं ये कोई जनरल स्टेटमेंट नहीं दे रही, ये मेरी खुद ही थॉट है एंड आई नो बहुत लोगों को पसंद नहीं आएगी, मगर जे रेप बियॉन्ड डाउट प्रूव्ड है, खासकर एक पॉक्सो के ऑफेंस विच, मेरे हिसाब कैपिटल पनिशमेंट होनी चाहिए है। 10 साल या 15 साल जेल इज़ नॉट द सोल्यूशन टू रेप। मैं तो बिल्कुल कन्विंस्ड नहीं है, पर वो मेरा पर्सनल ओपीनियन है। दूसरा मोस्ट इंपॉर्टेंट, जाते जाते मैं एक गल कहना चाहूँगी कि जे एक 14-15 साल का मुंडा रेप करने की कैपेबिलिटी रखता है तो वह जो ट्रायल है वो भी एज एन एडल्ट होना चाहिए। जिदा निर्भया के केस सब तो जो जिन्हें सब तो हाईनस हरकतां कीतियां सीगियां, वो इसलिए बच गया क्योंकि वो 18 साल तो 3 महीने घट सीगा, और उन्होंने साडी अथॉरिटीज़ ने रिहेबिलिटेट किया है, उन्होंने स्किल डिवेलपमेंट कराई है, उन्हें सिर्फ सुधार घर च 3 साल कट्टे हैं और वो आराम नाल हिंदुस्तान च किते रह रहे हैं, और सानू नहीं पता उन्हें होर भी रेप किए होन, क्योंकि तासीर वो नहीं बदलेगी। उन्हें जिस लैवल पर उस कुड़ी नूं डैमेज किया सीगा, ਉਹਦੇ ਅੰਦਰ ਜੋ ਹੈਵਾਨ ਸੀਗਾ, ਮੈਨੂੰ ਨਹੀਂ ਲੱਗਦਾ ਉਹ ਸੁਧਰਿਆ ਹੋਏਗਾ। ਮੈਂ ਤਾਂ ਅੱਜ ਵੀ ਕਹੂੰਗੀ ਕਿ ਉਹਨੂੰ ਰੀਲੋਕੇਟ ਕਰੋ, ਗਵਰਨਮੈਂਟ ਕੋਲ ਤਾਂ ਡੇਟਾ ਹੁੰਦਾ ਹੈ, ਉਹਨੂੰ ਪੁੱਛੋ, ਉਹਨੂੰ ਫੜੋ, ਉਹਨੂੰ ਦੁਬਾਰਾ ਉਹ ਦੇਖੋ ਕਿ ਉਹ ਕਰ ਕੀ ਰਿਹਾ, ਉਹਦਾ ਬੈਕਗਰਾਉਂਡ ਚੈੱਕ ਕਰੋ। ਮੈਂ ਤਾਂ ਇਹ ਕਹਿੰਦੀ ਹਾਂ। ਇੱਕ ਗੱਲ ਮੈਂ ਹੋਰ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ ਦੈਟ ਅਪਾਰਟ ਫਰੋਮ ਜੋ ਪੌਕਸੋ ਦੀ ਅਸੀਂ ਡਿਸਕਸ਼ਨ ਕਰ ਰਹੇ ਹਾਂ, ਦੇਰ ਇਜ਼ ਅ ਥਿੰਗ ਕਾਲਡ ਪੌਸ਼, ਪ੍ਰੀਵੈਂਸ਼ਨ ਆਫ ਸੈਕਸ਼ੂਅਲ ਹੈਰੈਸਮੈਂਟ ਐਟ ਵਰਕ ਪਲੇਸ। ਅੱਜ ਦੀ ਤਾਰੀਖ 'ਚ 99% ਘਰਾਂ 'ਚੋਂ ਕੁੜੀਆਂ, ਵਾਈਵਸ, ਮਦਰ ਸਭ ਜੌਬ ਕਰ ਰਹੀਆਂ, ਔਰ ਅਨਫੋਰਚੂਨੇਟਲੀ ਹਾਲੇ ਵੀ ਸਾਡਾ ਜੋ ਸੋਸਾਇਟੀ ਹੈ ਨਾ, ਉਹ ਬੜੀ ਪੁਰਸ਼ ਪ੍ਰਧਾਨ ਪੈਟਰੀਆਰਕਲ ਮਾਈਂਡਸੈਟ ਹੈ ਕਿ ਕੁੜੀਆਂ ਨੂੰ ਇੱਦਾਂ ਦੇ ਕੱਪੜੇ ਪਾਉਣੇ ਚਾਹੀਦੇ ਆ, ਕੁੜੀਆਂ ਨੂੰ ਕੰਮ ਨਹੀਂ ਕਰਨਾ ਚਾਹੀਦਾ, ਵੀ ਜੇ ਕੁੜੀ ਹੋਟਲ ਦੀ ਮਾਲਿਕ ਨਹੀਂ ਹੋ ਸਕਦੀ, ਵੇਟਰੈਸ ਹੀ ਹੋ ਸਕਦੀ ਹੈ। ਉਹ ਵਾਲਾ ਜਿਹੜਾ ਮਾਈਂਡਸੈਟ ਹੈ ਅਨਫੋਰਚੂਨੇਟਲੀ ਉਹ ਅੱਜ ਵੀ ਸਾਡੇ ਸਮਾਜ 'ਚ ਹੈਗਾ। ਉਹਦੇ 2 ਕੌਨਸੀਕੁਐਂਸਿਸ ਹੈ। 1, ਪਾਵਰ ਪਲੇ, कि तू चाहे तू प्रधानमंत्री बन जा, बिकॉज यू आर अ फीमेल मैं तेनू रेप कर सकदा, पावर गेम। दूसरा, जे तुसी वर्क प्लेस ते हो तो तुहाडा कोलीग, तुहाडा बॉस, तुहाडा सीनियर वो अपना जन्म सिद्ध अधिकार समझते हैं कि तुहाडे मोढे ते हथ रख देन, तुहाडी कमर ते हथ रख देन, एंड यू आर सपोज टू एक्सैप्ट इट। और जे तुसी बोलोगे तो तुसी ज़्यादा स्मार्ट बन रहे हो। इसलिए एक प्रोविजन हैगा, इंटरनल कंप्लेंट कमेटी पॉश के अंडर आती है वो, और हर ऑर्गेनाइजेशन जिथे 10 एंड अबव फीमेल्स हैं, मैंडेटरी है फ्रॉम द सेंट्रल गवर्नमेंट कि ICC होनी चाहिए है, राइट। और जे नहीं है तो तुसी आवाज़ चुक सकते हो कि ICC क्यों नहीं है, और जे वो प्रॉब्लम नहीं, तुसी ICC की रिपोर्ट तो कंफर्टेबल नहीं हो, दैन यू कैन गो टू द हायर अथॉरिटी, लोकल कंप्लेंट कमेटी, अगेन पॉश, जो डिस्ट्रिक्ट लैवल ते डिप्टी कमिश्नर द्वारा हैंडल की जाती है। अपने डिस्ट्रिक्ट विच पंचकूला विच मैं LCC की चेयरपर्सन है, इसलिए जो वर्क प्लेस की जो सैक्शुअल हैरेसमेंट है वो भी मैं हैंडल करती हूँ। तो ये थे हमारे साथ रेनू माथुर, जो पुलिस में काउंसलर हैं, जिन्होंने आज हमें बहुत सारी जानकारियाँ दी, साथ में बताया कि जब वो ऐसे लोगों को टैकल करते हैं उन्हें कितनी प्रॉब्लम होती है, उनकी सोच पर क्या असर पड़ता है, उनके परिवार पर क्या असर पड़ता है।
चाहे जो भी हो, जो भी ये काम कर रहे हैं वो बहुत अच्छा काम कर रहे हैं, क्योंकि आजकल जो माहौल बना हुआ है उसमें एक काउंसलर की बहुत ज़रूरत है, लोग डिप्रेशन में जा रहे हैं। कैमरामैन दीप बाजवा के साथ मैं शाइना शर्मा, जिंदाबाद चैनल, चंडीगढ़।